लैके आया सां धुरों मैं नकद सारी जिंदगी, फिर भी इउं गुजरी जिवें गुजरे उधारी जिंदगी। मैं कदे ईसा कदे सुकरात सां मंजूर सां, हर समय लोकां लई मैं तां गुजारी जिंदगी। और उम्र गुजरी है मेरी संसार विच संसार नाल, फिर भी मैं मोड़ लै चलिया कुवारी जिंदगी। ना कोई पत्तन ना मांझी ना कोई पतवार है, ओश किश्ती वांग मेरी बेमुहारी जिंदगी। जब चला जाएगा दीवाना तो लोकी कहणगे तुर गई है होर अज एक बेमुहारी जिंदगी। ਮਿਲਣ ਆਇਆ ਜੀ ਜਨਾਬ ਮਹਿੰਦਰ ਦੀਵਾਨਾ ਜੀ ਨੂੰ, ਜਿਹੜੇ ਉਸਤਾਦ ਗਜ਼ਲ ਗੋ, ਆਪਣੇ ਵੇਲੇ ਦੇ ਵਧੀਆ ਅਧਿਆਪਕ। ਔਰ ਵੱਡੀ ਗੱਲ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਪੂਰੇ ਜੋਸ਼ ਨਾਲ ਆਪਣੇ ਕਰਮਚਾਰੀਆਂ ਦੇ ਹੱਕਾਂ ਲਈ, ਉਹਨਾਂ ਨੂੰ ਲਾਮਬੰਦ ਕਰਨ ਲਈ, ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਨੇ। ਮੇਰਾ ਇਹਨਾਂ ਨੂੰ ਮਿਲਣ ਦਾ ਮਕਸਦ ਇਹ ਆ ਕਿ ਇਹ ਵੀ ਉਹਨਾਂ ਲੱਖਾਂ ਲੋਕਾਂ ਵਿੱਚੋਂ ਨੇ ਜਿਹੜੇ 1947 ਦੇ ਵਿੱਚ ਲਹਿੰਦੇ ਪੰਜਾਬ 'ਚੋਂ ਉੱਜੜ ਕੇ ਇਸ ਪਾਸੇ ਆਏ। ਸੋ ਕਰਦੇ ਹਾਂ ਜੀ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਦੀਵਾਨਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਉਸ ਪਿੰਡ ਬਾਰੇ ਦੱਸੋ ਜੀ, ਉਹ ਕਿੱਥੇ ਸੀ, ਉਹਦਾ ਕਿਹੜਾ ਜ਼ਿਲ੍ਹਾ ਸੀ, ਨੇੜੇ ਤੇੜੇ ਕਿਹੜੇ ਪਿੰਡ ਸੀਗੇ? ਮੇਰਾ ਜਨਮ ਪਾਕਿਸਤਾਨ ਦੇ ਪਿੰਡ ਛੋਟੇ ਜਿਹੇ ਪਿੰਡ ਪਤਵਾਲੀ 'ਚ ਹੋਇਆ। ਪਤਵਾਲੀ ਉਸ ਵੇਲੇ ਤਹਿਸੀਲ ਤਲਾਗੰਗ ਹੁੰਦੀ ਸੀ, ਜ਼ਿਲ੍ਹਾ ਸੀ ਕੈਂਬਲਪੁਰ। ਉਹ ਜਨਮ ਤੋਂ ਬਾਅਦ ਕਿਉਂਕਿ ਫਾਦਰ ਸਾਹਿਬ ਨੌਕਰੀ ਕਰਦੇ ਸੀਗੇ, ਉਹਨਾਂ ਦੀ ਨੌਕਰੀ ਦੇ ਨਾਲ ਨਾਲ ਹੀ ਮੈਨੂੰ ਵੀ ਜਾਣਾ ਪਿਆ। ਤਲਾਗੰਗ ਵੀ ਪਿੰਡੀ ਕੇਪੀ ਤਹਿਸੀਲ ਸੀ, ਫਤਿਹ ਜੰਗ ਵੀ ਤਹਿਸੀਲ ਸੀ। ਫਤਿਹ ਜੰਗ ਵਿੱਚ ਉਹਨਾਂ ਦੇ ਮੇਰੇ ਹੁੰਦਿਆਂ ਉਸ ਵੇਲੇ ਲਗਭਗ ਮੇਰਾ ਜਨਮ 36 ਦਾ ਹੈਗਾ, 1936 ਦਾ। ਅਤੇ ਪਹਿਲੀ ਜਮਾਤ 'ਚ ਮੈਂ ਦਾਖਲ ਹੋਇਆ, ਮੇਰੇ ਫਾਦਰ ਸਾਹਿਬ ਨੇ ਕਰਾਇਆ। ਤਾਂ ਉਸ ਵੇਲੇ ਉਸ ਪਹਿਲੀ ਜਮਾਤ ਦੇ ਹੁੰਦਿਆਂ ਉਹਨਾਂ ਦੀ ਡੈਥ ਹੋ ਗਈ। ਫਿਰ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਤੁਸੀਂ ਵਾਪਸ ਪਿੰਡ ਮੁੜ ਗਏ ਜੀ? ਪਿੰਡ 'ਤੇ ਜਾਣ ਦਾ ਮਤਲਬ ਨਹੀਂ ਸੀ। ਮੇਰੇ ਚਾਚਾ ਜੀ ਫਿਰ ਤਲਾਗੰਗ ਆਪਣੇ ਕੰਮ ਕਰਦੇ ਸੀ, ਉਹ ਮੈਨੂੰ ਲੈ ਗਏ ਆਪਣੇ ਕੋਲ। ਵੀ ਪੜ੍ਹਾਉਣਾ ਵੀ ਹੈ ਅਤੇ ਤਿਆਰ ਕਰਨਾ, ਘਰ ਦਾ ਬੰਦਾ ਬਾਹਰ ਤਾਂ ਹੈ ਹੀ ਕੋਈ ਨਹੀਂ। ਕਿਉਂਕਿ ਮੇਰੇ ਫਾਦਰ ਸਾਹਿਬ ਦੋ ਹੀ ਭਰਾ ਸੀਗੇ, ਚਾਚਾ ਜੀ ਅਤੇ ਮੇਰੇ ਫਾਦਰ ਸਾਹਿਬ ਸੀਗੇ। ਉਹ ਉੱਥੇ ਮੈਂ ਇੱਕ ਜਮਾਤ ਉੱਥੇ ਕੀਤੀ। ਫਿਰ ਮੇਰੇ ਮਾਮਾ ਜੀ ਲੈ ਆਏ ਵਾਪਸ। ਉਹ ਪਿੰਡੀ ਕੇਪੀ ਤਹਿਸੀਲ ਹੈੱਡਕੁਆਟਰ ਸੀਗਾ, ਉੱਥੇ ਸੈਟਲ ਹੋ ਗਏ ਸੀ। ਉੱਥੇ ਪੜ੍ਹਦਿਆਂ ਉਦੋਂ ਪਾਕਿਸਤਾਨ ਬਣਿਆ ਤਾਂ ਅਸੀਂ ਉੱਥੋਂ ਮਾਈਗਰੇਟ ਹੋ ਕੇ ਆਏ ਪਿੰਡੀ ਕੇਪੀ ਤੋਂ ਜੀ। ਉਹ ਜਿਹੜਾ ਪਤਵਾਲੀ ਪਿੰਡ ਹੈ, ਤੁਸੀਂ ਉਹ ਜਿਹੜੇ ਸਬ ਤਹਿਸੀਲ ਹੁੰਦੇ ਸੀ ਚਕਵਾਲ ਵਗੈਰਾ, ਹੁਣ ਤਾਂ ਚਕਵਾਲ ਜ਼ਿਲ੍ਹਾ ਬਣ ਗਿਆ ਪਾਕਿਸਤਾਨ ਦੇ ਵਿੱਚ ਵੀ। ਉਦੋਂ ਬਿਲਕੁਲ ਛੋਟਾ ਜਿਹਾ ਚਕਵਾਲ ਹੁੰਦਾ ਸੀ। ਔਰ ਉਸੇ ਚਕਵਾਲ ਦੇ ਨੇੜੇ ਹੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਵੀ ਗਾਹ 'ਚ ਹੋਇਆ, ਪਿੰਡ ਗਾਹ ਉੱਥੇ। ਉਹ ਲਗਭਗ ਨੇੜੇ ਸੀ ਪਤਵਾਲੀ ਦੇ ਵੀ। ਉਹ ਜਦੋਂ 47 ਵਿੱਚ ਪਾਰਟੀਸ਼ਨ ਹੋਈ ਹੈ ਤਾਂ ਉਦੋਂ ਮੈਂ ਪਿੰਡੀ ਕੇਪ ਤਹਿਸੀਲ 'ਚ ਮਿਡਲ ਸਕੂਲ ਵਿੱਚ 6ਵੀਂ ਜਮਾਤ ਦਾ ਵਿਦਿਆਰਥੀ ਸੀਗਾ ਮੈਂ। ਉਹ ਤੋਂ ਅਸੀਂ ਮਾਈਗਰੇਟ ਹੋ ਕੇ ਆਏ ਹਾਂ, ਲੇਕਿਨ ਉਹ ਬੜੇ ਔਖਾ ਟਾਈਮ ਸੀਗਾ, ਬਹੁਤ ਔਖਾ ਟਾਈਮ ਕੱਢਿਆ। ਦੀਵਾਨਾ ਸਾਹਿਬ, ਉਹ ਜਿਹੜਾ ਸਕੂਲ ਸੀਗਾ ਉਹਦੇ ਅਧਿਆਪਕ ਉਸਤਾਦ ਜਾਂ ਤੁਹਾਡੇ ਜਿਹੜੇ ਕਲਾਸ ਫੈਲੋ ਸੀ, ਉਹਨਾਂ ਦੀਆਂ ਕਿੰਨੀਆਂ ਕੁ ਯਾਦਾਂ ਜੀ ਤੁਹਾਡੇ ਕੋਲ? ਤਕਰੀਬਨ ਕਾਫੀ ਸਾਰੀਆਂ। ਅਧਿਆਪਕਾਂ ਬਾਰੇ ਤਾਂ ਪੂਰੀ ਯਾਦ ਆ। ਪਹਿਲਾ ਮੇਰਾ ਸਫ਼ਰ ਪ੍ਰਾਇਮਰੀ ਸਕੂਲ ਸੀਗਾ, ਖਾਲਸਾ ਪ੍ਰਾਇਮਰੀ ਸਕੂਲ। ਪਹਿਲੀ ਜਮਾਤ, ਦੂਜੀ, ਤੀਜੀ, ਚੌਥੀ। ਉਦੋਂ ਪ੍ਰਾਇਮਰੀ 4 ਜਮਾਤਾਂ ਦੀ ਹੁੰਦੀ ਸੀ ਜੀ ਜੀ। ਉਹ ਸੀ ਖਾਲਸਾ ਸਕੂਲ ਕਮੇਟੀ ਦਾ ਇੱਕ ਮਿਡਲ ਸਕੂਲ ਹੁੰਦਾ ਸੀ। ਮੈਂ ਉੱਥੇ ਗਿਆ 5ਵੀਂ ਜਮਾਤ 'ਚ। ਪ੍ਰਾਇਮਰੀ ਤੱਕ ਵੀ ਮੈਨੂੰ ਯਾਦ ਹੈ ਕਿ ਮੇਰੀ ਪਹਿਲੀ ਜਮਾਤ ਦਾ ਮਾਸਟਰ ਕੌਣ ਸੀ, ਦੂਜੀ ਦਾ ਕੌਣ ਸੀ, ਤੀਜੀ ਦਾ ਕੌਣ ਸੀ, ਚੌਥੀ ਦਾ ਕੌਣ ਸੀ। ਅਜੇ ਤੱਕ ਮੈਂ ਨਾਂ ਨਹੀਂ ਭੁੱਲਿਆ ਉਹਨਾਂ ਦੇ। ਮੈਂ ਤੁਸੀਂ ਨਾਮ ਦੱਸੋ ਜੀ ਉਹਨਾਂ ਦੇ। ਪਹਿਲੀ ਜਮਾਤ ਸਾਨੂੰ ਮਾਸਟਰ ਨਰਿੰਜਨ ਦਾਸ ਜੀ ਪੜ੍ਹਾਉਂਦੇ ਸੀ ਜੀ। ਦੂਜੀ 'ਚ ਮਾਸਟਰ ਰਾਮਚੰਦ ਜੀ, ਤੀਜੀ 'ਚ ਮਾਸਟਰ ਲੋੜੀਂਦ ਸ਼ਾਹ ਜੀ, ਔਰ ਚੌਥੀ ਦੇ ਹੈਡਮਾਸਟਰ ਹੁੰਦੇ ਸੀ ਪਰਮਾਨੰਦ। ਪੜ੍ਹਾਈ ਵੀ ਕੀਤੀ ਉਹਨਾਂ ਕੋਲੋਂ, ਕੁੱਟੀ ਵੀ ਖਾਧੀ। ਔਰ ਉਦੋਂ ਲਾਸਟ ਈਅਰ 'ਚ ਇੱਕ ਗਿਆਨੀ ਕਰਤਾਰ ਸਿੰਘ ਬੰਦਾ ਅਪਾਇੰਟ ਹੋਇਆ ਪੰਜਾਬੀ ਟੀਚਰ।
ਉਹਨਾਂ ਨੇ ਇਸ ਤਰ੍ਹਾਂ ਰੱਖਣਾ ਬਈ ਲਿਖਾਉਣੀ ਹੈ ਇਮਲਾਜ ਨੂੰ ਕਿ ਡਿਕਟੇਸ਼ਨ, ਜਿਹੜਾ ਬੰਦਾ ਕੋਈ ਗਲਤੀ ਨਹੀਂ ਕਰੇਗਾ ਉਹਨੂੰ ਦੀਵਾਨੀ ਇਨਾਮ ਦੇਣੀ। ਵਾਹ ਜੀ ਵਾਹ। ਔਰ ਉਦੋਂ ਮੈਨੂੰ ਯਾਦ ਹੈ ਹਰ ਹਫਤੇ ਲਗਭਗ ਮੇਰੀ ਦੀਵਾਨੀ ਹੁੰਦੀ ਸੀ, ਕਿਸੇ ਹੋਰ ਦੀ ਨਹੀਂ ਸੀ ਹੁੰਦੀ। ਇਹਦਾ ਮੰਨ ਲਓ ਜੀ ਜਿਹੜੀ ਤੁਸੀਂ ਬਾਅਦ ਚ ਬਾਵਾ ਲੁੱਟਦੇ ਰਹੇ ਗਜ਼ਲ ਲਿਖ ਕੇ, ਦੀਵਾਨੀਆਂ ਲੁੱਟਣੀਆਂ ਦੀ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਸੀ। ਨਹੀਂ, ਉਹਨਾਂ ਦੀ ਬਹੁਤ ਮੇਰੇ 'ਤੇ ਮਿਹਰਬਾਨੀ ਰਹੀ ਹੈ ਗਿਆਨੀ ਕਰਤਾਰ ਸਿੰਘ ਜੀ। ਜਦੋਂ ਅਸੀਂ ਚਲੇ ਗਏ ਮਿਡਲ ਸਕੂਲ 'ਚ ਰੌਲੀ ਪੈ ਗਈ, ਸਭ ਹੋ ਗਏ, ਉਹ ਮੈਨੂੰ ਕਹਿਣ ਲੱਗੇ ਵੀ ਤੂੰ ਕਾਕਾ ਸਕੂਲ ਨਹੀਂ ਜਾਣਾ। ਸਕੂਲ ਲੀਵਿੰਗ ਸਰਟੀਫਿਕੇਟ ਉਹਨਾਂ ਨੇ ਮੈਨੂੰ ਲਿਆ ਕੇ ਦਿੱਤਾ ਹੈ, ਔਰ ਅਲਟੀਮੇਟਲੀ ਮੇਰੇ ਕੋਲ ਆਪਾਂ ਹਿੰਦੁਸਤਾਨ ਤੱਕ ਉਹ ਵੀ ਰਹਿ ਗਿਆ, ਬਾਕੀ ਸਭ ਗੁਆਚ ਗਿਆ। ਸਭ ਕੁਛ ਸਾਡਾ, ਕੋਈ ਸਮਾਨ, ਕੋਈ ਕੁਛ ਉਹ ਨਹੀਂ ਬਚਿਆ, ਲੇਕਿਨ ਉਹ ਮੇਰੀ ਜੇਬ 'ਚ ਪਿਆ ਹੀ ਰਹਿ ਗਿਆ ਸਕੂਲ ਲਿਵਿੰਗ ਸਰਟੀਫਿਕੇਟ। ਰਾਤ ਵੀ ਨੱਠ ਭੱਜ ਕੇ ਉੱਧਰ ਵੀ ਕੋਈ ਮੁਰਦੇ ਕੋਈ ਜਿਉਂਦੇ ਜਾਂਦੇ, ਲੇਕਿਨ ਉਹ ਕਾਇਮ ਰਿਹਾ ਮੇਰੇ ਕੋਲ। ਅਲਟੀਮੇਟਲੀ ਮੈਂ ਉਹ ਲਿਆ ਸਕਿਆ, ਔਰ ਫਿਰ ਮੈਂ ਉੱਥੇ ਉਹਦੇ ਸਿਰ 'ਤੇ ਪੜ੍ਹਾਈ ਕੀਤੀ ਹੈ। ਜਵਾਨਾ ਸਾਹਿਬ, ਉਹ ਸਕੂਲ ਜਿਹੜੇ ਸੀ ਤੁਹਾਡੇ ਪ੍ਰਾਇਮਰੀ ਜਾਂ ਉਸ ਤੋਂ ਬਾਅਦ ਮਿਡਲ, ਜਿਹੜਾ ਵੀ ਉਹਦਾ ਨਾਂ ਸੀ, ਉਹਦੇ ਵਿੱਚ ਤੁਹਾਡੇ ਨਾਲ ਪੜ੍ਹਨ ਵਾਲੇ ਕੁਝ ਮੁਸਲਮਾਨ ਬੱਚੇ ਵੀ ਹੋਣਗੇ? ਹਾਂਜੀ, ਹੋਣਗੇ। ਕੋਈ ਨਾਮ ਯਾਦ ਨੇ ਜੀ? ਹਾਂ, ਸਾਡੀ ਇੱਕ ਦੋਸਤੀ ਵੀ ਸੀਗੀ, ਅਬਦੁਲ ਰਜ਼ਾਕ ਹੈ ਬੰਦਾ, ਉਹ 6ਵੀਂ 'ਚ ਮੇਰਾ ਉਹ ਖਾਸ ਮਿੱਤਰ ਹੁੰਦਾ ਸੀ। ਇੱਕ ਦੂਜੇ ਦੇ ਘਰ ਆਉਣ ਜਾਣ ਵੀ ਸੀ ਸਾਡਾ। ਔਰ ਹੁਣ ਮੈਨੂੰ ਯਾਦ ਹੈ ਜੇ ਮੈਂ ਉੱਥੇ ਜਾਵਾਂ ਨਾ, ਜੇ ਉਹ ਜਿਉਂਦਾ ਹੋਵੇ ਤਾਂ ਮੈਂ ਸ਼ਾਇਦ ਮਕਾਨ ਲੱਭ ਵੀ ਲਵਾਂ ਉਹਦਾ। ਬਹੁਤ ਪਿਆਰਾ ਦੋਸਤ ਸੀ ਮੇਰਾ ਅਬਦੁਲ ਰਜ਼ਾਕ, ਅੱਜ ਤੱਕ ਨਹੀਂ ਭੁੱਲਦਾ ਮੈਨੂੰ। ਉਹਨਾਂ ਦੀ ਫੈਮਿਲੀ, ਉਹਨਾਂ ਦੇ ਬਾਪ ਦਾ ਕੀ ਨਾਂ ਸੀ, ਕਿਹੜਾ ਮਹੱਲਾ ਸੀ, ਕਿਹੜਾ ਕਸਬਾ ਸੀ, ਦੱਸਿਓ ਮਾੜਾ ਜਿਹਾ। ਪਿੰਡੀ KP ਸੀਗਾ, ਉੱਥੇ ਛੋਟੇ ਛੋਟੇ ਜਿਹੇ ਬਹੁਤੇ ਲੰਬੇ ਚੌੜੇ ਮਕਾਨ ਨਹੀਂ ਹੁੰਦੇ ਸੀ ਮਹੱਲੇ। ਲੇਕਿਨ ਇਹ ਹੈ ਵੀ ਅਜੇ ਤੱਕ ਮੈਂ ਦੁਬਾਰਾ ਗਿਆ ਪਾਕਿਸਤਾਨ 'ਚ, ਔਰ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਘਰ ਜਾਵਾਂ, ਤਾਂ ਮੈਨੂੰ ਉਹਨਾਂ ਨੇ ਸਿਕਿਉਰਿਟੀ ਨੇ ਕਿਹਾ ਦੇਖੋ ਜੀ ਤੁਸੀਂ ਇਕੱਲੇ ਨਹੀਂ ਇਸ ਤਰ੍ਹਾਂ ਭੇਜ ਸਕਦੇ ਅਸੀਂ, ਜੇ ਤੁਸੀਂ ਨਾਲ ਹੋਰ 2-3 ਬੰਦੇ ਲਿਜਾਣੇ ਚਾਹੋ, ਮੇਰੇ ਨਾਲ ਕੋਈ ਬੰਦਾ ਤਿਆਰ ਨਹੀਂ, ਅਦਰਵਾਈਜ਼ ਸ਼ਾਇਦ ਉਹ ਬੰਦਾ ਜਿਉਂਦਾ ਮਿਲ ਜਾਂਦਾ, ਮੈਨੂੰ ਦਰਸ਼ਨ ਹੋ ਜਾਂਦੇ। ਨਹੀਂ ਕਰ ਸਕਿਆ ਮੈਂ। ਬਹੁਤ ਕਮਾਲ ਦਾ ਬੰਦਾ ਸੀ। ਇਹ ਨਾ ਇਸ ਕਰਕੇ ਨਹੀਂ ਭੁੱਲ ਸਕਿਆ ਕਿਉਂਕਿ ਸਾਡਾ ਖੇਡਣਾ, ਖਾਣਾ, ਪੜ੍ਹਾਈ ਸਭ ਇਕੱਠੀ ਹੁੰਦੀ ਸੀ। ਉਸ ਲਈ ਕੋਈ ਸਵਾਲ ਨਹੀਂ ਸੀ ਵੀ ਇਹ ਹਿੰਦੂਆਂ ਦਾ ਮੁੰਡਾ ਹੈ ਕਿ ਸਿੱਖਾਂ ਦਾ ਮੁੰਡਾ ਹੈ ਕਿ ਮੁਸਲਮਾਨਾਂ ਦਾ ਮੁੰਡਾ ਹੈ। ਰਾਤ ਪੈ ਗਈ ਘਰ ਜਾ ਕੇ ਉੱਥੇ ਰਹਿ ਗਏ, ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਅਸੀਂ ਮਾਂ ਪੁੱਤ ਹੀ ਸੀਗੇ ਅਤੇ ਉਹਨਾਂ ਦਾ ਪਰਿਵਾਰ ਠੀਕ ਕਾਫੀ ਵੱਡਾ ਸੀਗਾ। ਲੇਕਿਨ ਕਦੀ ਲੋੜ ਨਹੀਂ ਪਈ ਵੀ ਇਹ ਕਿਉਂ ਕਿੱਥੇ ਆਏ ਆ, ਰੋਟੀ ਕਿੱਥੇ ਖਾ ਰਹੇ ਆ ਜੀ। ਬਹੁਤ ਨਫੀਸ ਬੰਦਾ, ਨਫੀਸ, ਉਹ ਅੱਜ ਤੱਕ ਨਹੀਂ ਭੁੱਲ ਸਕਿਆ ਮੈਂ। ਅੱਛਾ ਜੀ, ਕੁਝ ਹੋਰ ਯਾਦਾਂ ਜੀ ਪਿੰਡੀ ਘੇਬ ਦੀਆਂ ਜਾਂ ਆਪਣੇ ਪਿੰਡ ਦੀਆਂ? ਪਿੰਡੀ ਕਈ ਦੀਆਂ ਯਾਦਾਂ ਤੇ ਭਰਾ ਜੀ ਇਸ ਤਰ੍ਹਾਂ ਆ ਵੀ ਲੜਾਈ ਝਗੜੇ, ਨਿਆਣਿਆਂ ਨਾਲ ਲੜਨਾ, ਬੋਲ ਚਾਲਣਾ, ਖੇਲਣਾ ਮੈਂ ਤੂੰ ਖੇਲਣਾ ਮੈਂ ਖੇਲਣਾ, ਇਹ ਤੋਂ ਛੋਟੀ ਛੋਟੀ ਗੱਲਾਂ ਹੁੰਦੀਆਂ ਹੀ ਸੀਗੀਆਂ। ਲੇਕਿਨ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੁੰਦੀ ਬਈ ਬੜੀ ਵੱਡੀ ਸਮੱਸਿਆ ਖੜੀ ਹੋ ਗਈ ਹੈ ਜੀ, ਕੋਈ ਫੌਜਦਾਰੀ ਹੋ ਗਈ ਹੈ, ਕਿ ਬੜੇ ਪਿਆਰ ਨਾਲ ਰਹਿੰਦੇ ਹੁੰਦੇ ਸੀ ਉੱਥੇ। ਜ਼ਿਆਦਾ ਮੁਸਲਮਾਨ ਸੀਗੇ ਉੱਥੇ? ਨਹੀਂ, ਲਗਭਗ ਠੀਕ ਬਰਾਬਰ ਹੀ ਸੀਗੇ। ਹਾਂ, ਮੁਸਲਮਾਨ, ਹਿੰਦੂ, ਸਿੱਖ ਬਹੁਤ ਥੋੜ੍ਹੇ ਘੱਟ ਸੀਗੇ। ਕਿਤੇ ਟਾਵਾਂ ਸਿੱਖ ਦਾ ਘਰ ਮਿਲਦਾ ਸੀਗਾ, ਹਿੰਦੂ ਔਰ ਮੁਸਲਮਾਨ ਜ਼ਿਆਦਾ ਸੀ। ਅਤੇ ਦੋਨੋਂ ਸਾਹਿਬ, ਤੁਹਾਡੇ ਜਿਹੜੇ ਬਜ਼ੁਰਗ ਸੀਗੇ, ਤੁਹਾਡੇ ਫਾਦਰ ਸਾਹਿਬ ਤਾਂ ਚਲੋ ਨੌਕਰੀ ਕਰਦੇ, ਤੁਹਾਡੇ ਬਜ਼ੁਰਗਾਂ ਦਾ ਕੀ ਕਾਰੋਬਾਰ ਸੀ ਉੱਥੇ, ਮੇਨ ਕੰਮ ਕੀ ਸੀ? ਮੇਰੇ ਬਜ਼ੁਰਗ ਤਾਂ ਬਿਜ਼ਨਸਮੈਨ ਸੀਗੇ, ਸਿਰਫ ਫਾਦਰ ਸਾਹਿਬ ਨਿਕਲੇ ਜਿਹਨਾਂ ਨੇ ਪਹਿਲੀ ਵਾਰ ਨੌਕਰੀ ਲਈ ਉਹਨਾਂ ਨੇ। ਤੁਸੀਂ ਖੱਤਰੀ ਫੈਮਿਲੀ 'ਚੋਂ ਜੀ? ਅਰੋੜਾ। ਇਹ ਕਿਹੜੀ ਗੋਤ ਦੇ ਆ ਜੀ ਤੁਸੀਂ? ਅਸੀਂ ਨਾਰੰਗ ਹੈ, ਨਾਰੰਗ ਗੋਤ ਹੈ ਸਾਡਾ, ਖੱਤਰੀ ਅਰੋੜਾ ਕਹਿ ਲਓ, ਵੰਸ਼ ਹੈ। ਬਾਕੀ ਮੇਰੇ ਫਾਦਰ ਸਾਹਿਬ ਸਿੱਖ ਸਰੂਪ ਨਹੀਂ ਸੀਗੇ। ਜੀ। ਚਾਚਾ ਜੀ ਮੇਰੇ ਸਿੱਖ ਸਰੂਪ ਸੀਗੇ, ਦਾਦਾ ਮੇਰੇ ਸਿੱਖ ਸਰੂਪ ਨਹੀਂ ਸੀਗੇ, ਤਾਂ ਉਹ ਸ਼ੁਰੂ ਤੋਂ ਚਲਿਆ ਆਉਂਦਾ। ਉੱਥੇ ਉੱਧਰ ਪਾਕਿਸਤਾਨ 'ਚ ਮਿਕਸ ਹੁੰਦੇ ਸੀਗੇ। ਅਤੇ ਅਬਦੁਲ ਰਜ਼ਾਕ ਦੀ ਜਿਹੜੀ ਫੈਮਿਲੀ ਸੀਗੀ, ਉਹਨਾਂ ਦੇ ਫਾਦਰ ਕੀ ਕਰਦੇ ਸੀ? ਉਹਨਾਂ ਦੇ ਫਾਦਰ ਵੀ ਇਹੀ ਕਰਦੇ ਕੰਮ, ਮਤਲਬ ਮੁਲਾਜ਼ਮਤ ਉੱਥੇ ਬਹੁਤ ਘੱਟ ਸੀ। ਨੌਕਰੀ ਕੋਈ ਬੰਦਾ ਕਰਦਾ ਜਿਹੜਾ 4 ਅੱਖਰ ਪੜ੍ਹ ਜਾਂਦਾ ਸੀ, ਕਿਉਂਕਿ ਅੰਗਰੇਜ਼ਾਂ ਵੇਲੇ ਨੌਕਰੀਆਂ ਵੀ ਜਿੱਦਾਂ, ਔਰ ਨੌਕਰੀ ਜਿਹੜੀ ਮਿਲਦੀ ਸੀ ਵੀ ਉਹ ਥੱਲੇ ਲੋ ਲੈਵਲ ਦੀ ਮਿਲਦੀ ਸੀਗੀ, ਹਾਈ ਲੈਵਲ ਦੀ ਨੌਕਰੀ ਤਾਂ ਦਿੰਦੇ ਹੀ ਨਹੀਂ ਸੀ ਉਹ ਕਿਸੇ ਨੂੰ। ਤੁਸੀਂ ਇਕੱਲੇ ਸੀ, ਭੈਣ ਭਰਾ ਕੋਈ ਨਹੀਂ? ਦੇਖੋ ਇੱਕ ਟ੍ਰੈਜਡੀ ਇਹ ਹੈ ਵੀ ਮੈਂ ਭਰਾਵਾਂ 'ਚ ਮੈਂ ਇੱਕੋ ਹੀ ਹਾਂ, ਭੈਣਾਂ ਮੇਰੀਆਂ ਸੀਗੀਆਂ 8, ਔਰ 8 ਵਿੱਚੋਂ ਮੈਂ ਸਿਰਫ ਇੱਕ ਭੈਣ ਦੇਖੀ ਹੈ। ਮੈਂ ਨੌਵਾਂ ਇਸ਼ੂ ਹਾਂ, ਬਾਕੀ ਸਭ ਮੇਰੇ ਤੋਂ ਪਹਿਲੇ ਡੈਥ ਹੋ ਗਈ, ਸਭ ਹੋ ਗਈ। ਇੱਕ ਮੇਰੀ ਭੈਣ ਵਿਆਹੀ ਹੋਈ ਸੀ ਸ਼੍ਰੀਨਗਰ, ਉਹਦੀ ਫਿਰ ਆ ਕੇ ਜਲੰਧਰ ਆ ਕੇ ਡੈਥ ਹੋਈ ਹੈ। ਇਹ 1947 ਤੋਂ ਪਹਿਲਾਂ ਹੀ ਵਿਆਹੀ ਹੋਈ ਸੀ ਉਹ? ਹਾਂਜੀ, ਬਹੁਤ ਬੜੀ ਸੀ, ਕਿਉਂਕਿ ਮੈਂ ਤਾਂ ਦੱਸਿਆ ਮੈਂ ਨੌਵਾਂ ਇਸ਼ੂ ਆ,
ਤਾਂ ਮੇਰੇ ਬਾਪ ਕਿੰਨੀ ਉਮਰ ਦੇ ਹੋਣਗੇ ਉਹ, ਤਾਂ ਉਹ ਉਹਨਾਂ ਦੇ ਵਿਆਹ ਉਹਨੇ ਮੈਨੂੰ ਲੈ ਜਾਣਾ ਆਪਣੇ ਘਰ ਸ੍ਰੀਨਗਰ। ਤਾਂ ਮੇਰੇ ਜੀਜਾ ਨਾਨ ਸਿੱਖ ਸੀਗਾ, ਉਹਨੇ ਕੀ ਕਰਨਾ ਮੇਰੇ ਬਾਲ ਮੋਰ ਮਰਾ ਕੇ ਭੇਜ ਦੇਣਾ ਰੋਡਾ ਕਰਕੇ। ਮੇਰੇ ਚਾਚੇ ਨੇ ਲੈ ਜਾਣਾ, ਹੁਣ ਫੇਰ ਬਾਲ ਰੱਖ ਕੇ ਫੇਰ ਭੇਜ ਦੇਣਾ ਵੀ ਨਹੀਂ। ਇਹ ਮੇਰਾ ਤੇ ਇਦਾਂ ਡਰਾਮਾ ਬਣਾਉਂਦੇ ਰਹੇ ਤੇ ਹਾਂ। ਤੇ ਜਦੋਂ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਏ, ਤੁਸੀਂ ਚਾਚੇ ਦਾ ਜਿਹੜਾ ਸਰੂਪ ਸੀ ਉਹਨੂੰ ਅਖਤਿਆਰ ਕੀਤਾ? ਚਾਚੇ ਦਾ ਸਰੂਪ ਉਹ ਤਾਂ ਜਾਂਦੇ ਤੱਕ ਵੀ ਉਹ ਰਹੇ ਨਾ, ਪੂਰਾ ਸਰੂਪ ਸਿੱਖੀ ਸਰੂਪ ਸੀ ਉਹਨਾਂ ਦਾ, ਤੇ ਉਹਨਾਂ ਦਾ ਇੰਪੈਕਟ ਮੇਰੇ ਤੇ ਪਿਆ। ਤੁਹਾਡੇ ਚਾਚਾ ਜੀ ਸਹੀ ਸਲਾਮਤ ਇੱਥੇ ਆ ਗਏ ਸੀ? ਹਾਂਜੀ, ਉਹ ਠੀਕ ਠਾਕ ਆ ਗਏ ਸੀ, ਲੇਕਿਨ ਅਸੀਂ ਨਹੀਂ ਠੀਕ ਠਾਕ ਆਏ। ਇਹ ਕਿੱਦਾਂ ਹੋਈ, ਆਪਣੀ ਜਿਹੜੀ ਕਹਾਣੀ ਦੱਸ ਦਿਓ ਵੀ ਕਿੱਦਾਂ ਤੁਰੇ, ਕੀ ਵਾਪਰਿਆ? ਉਦੋਂ ਚਾਚਾ ਜੀ ਮੇਰੇ ਸੀਗੇ ਤਲਾਗੰਗ ਤਹਿਸੀਲ 'ਚ, ਹੈੱਡਕੁਆਟਰ ਤਹਿਸੀਲ ਹੈੱਡਕੁਆਟਰ ਦੇ। ਅਸੀਂ ਸੀਗੇ ਪੁੰਡੀਕੇ। ਉਹਨਾਂ ਨੇ 47 ਦੇ ਰੋੜੇ ਦੇ ਪਹਿਲੇ ਹੀ ਉਹ ਸਿੱਧੇ ਸ਼ਿਫਟ ਕਰ ਗਏ ਰਾਜਸਥਾਨ 'ਚ, ਤੇ ਮਾਮਾ ਜੀ ਨੇ ਸਾਨੂੰ ਆਉਣ ਨਹੀਂ ਦਿੱਤਾ। ਹੁਣ ਕਿਉਂਕਿ ਮਾਂ ਪੁੱਤ ਸੀਗੇ, ਡਿਪੈਂਡੈਂਟ ਮਾਮਾ ਜੀ ਦੇ ਸਿਰ 'ਤੇ ਖਰਚਾ ਵੀ ਉਹੀ ਕਰਦੇ ਸੀਗੇ, ਤਾਂ ਉਹਨਾਂ ਦੇ ਮੁਤਾਬਕ ਅਸੀਂ ਆਏ। ਉਦੋਂ ਫਿਰ ਹੋ ਚੁੱਕਾ ਸੀਗਾ, ਡਿਕਲੇਅਰ ਹੋ ਜੀ ਬਣ ਗਿਆ ਇਹ ਜੀ, ਚਲੋ ਜੀ ਚੱਕੋ। ਹੁਣ ਉੱਥੇ ਬੈਨ ਇਹ ਲਾਤਾ ਵੀ ਬੱਸ ਸਟੈਂਡ 'ਤੇ ਮੋਟਰ ਦੇ ਅੱਡੇ 'ਤੇ ਤੁਸੀਂ ਸਿਰਫ ਉਹ ਸਮਾਨ ਲਿਜਾ ਸਕਦੇ ਆ ਜੋ ਤੁਸੀਂ ਆਪ ਚੱਕ ਲਓਗੇ। ਹੁਣ ਸੀ ਇੱਕ ਬੱਚੇ ਨੇ ਤੇ ਇੱਕ ਜਨਾਨੀ ਨੇ ਕਿੰਨਾ ਕੁ ਚੱਕ ਲੈਣਾ। ਅਸੀਂ ਲੋੜ ਮੁਤਾਬਕ ਇੱਕ ਥੋੜ੍ਹਾ ਜਿਹਾ ਬਿਸਤਰਾ ਚੱਕ ਲਿਆ, ਥੋੜ੍ਹਾ ਜਿਹਾ ਟਰੰਕ 'ਚ ਕੱਪੜੇ ਪਾ ਲਏ, ਸਿਰ 'ਤੇ ਰੱਖ ਕੇ ਤੁਰ ਪਏ, ਬੱਸ 'ਚ ਬਹਿ ਗਏ। ਉਹਨਾਂ ਨੇ ਸਾਨੂੰ ਲਿਆ ਕੇ ਵਾਹ ਕੈਂਪ ਹੁੰਦਾ ਸੀ, ਸੀਮਿੰਟ ਦਾ ਕਾਰਖਾਨਾ ਬੜਾ ਵੱਡਾ, ਉੱਥੇ ਕੈਂਪ ਲਾਇਆ ਸੀ ਉਹਨਾਂ ਨੇ ਰਿਫਿਊਜੀ ਨੂੰ। ਸਾਨੂੰ ਨਾਂ ਬੜਾ ਸੋਹਣਾ ਦਿੱਤਾ ਸੀ ਰਿਫਿਊਜੀ, ਨਾ ਇੱਧਰ ਦੇ ਨਾ ਉੱਧਰ ਦੇ। ਉੱਥੇ ਮਹਾਰਾਜ ਅਸੀਂ ਦੋ ਮਾਂ ਪੁੱਤ ਆ ਗਏ ਜੀ, ਟ੍ਰੇਨਾਂ ਗੱਡੀਆਂ, ਤੁਹਾਡੀ ਬਾਰੀ ਫਲਾਣੀ ਗੱਡੀ 'ਤੇ ਆ ਗਈ ਜੀ, ਟ੍ਰੇਨਾਂ ਫੜ ਲਈਆਂ। ਉਹ ਟ੍ਰੇਨਾਂ ਫੜਦਿਆਂ ਭਾਜੀ ਸਾਡਾ ਜਿਹੜਾ ਟਰੱਕ ਸੀਗਾ ਉਹ ਰਾਹ 'ਚ ਗੁਆਚ ਗਿਆ। ਲਾ ਲਿਆ ਕਿਸੇ ਨੇ ਜਾਂ ਕੀ ਕੀਤਾ, ਇੱਕ ਰਹਿ ਗਿਆ ਸਾਡੇ ਕੋਲ ਬਿਸਤਰਾ। ਔਰ ਜਦੋਂ ਰਾਹ 'ਚ 4-5 ਰਾਤਾਂ ਦਿਨ, ਹੁਣ ਵੀ ਹਮਲਾ ਹੋਇਆ ਜੀ, ਜਲੰਧਰ ਸਾਨੂੰ ਉਤਾਰ ਦਿੱਤਾ। ਇੱਥੇ ਲੱਭਣ ਕੇ ਬਿਸਤਰਾ ਵੀ ਹੈ ਨਹੀਂ। ਮੈਂ ਤੇ ਮਾਂ ਪੁੱਤ ਜਿਹੜੇ ਕੱਪੜੇ ਪਾਏ ਆ ਬਸ ਉਹ ਲੈ ਕੇ ਹਿੰਦੁਸਤਾਨ ਆ ਗਏ। ਇੱਕ ਜੇਬ ਵਿੱਚ ਸਰਟੀਫਿਕੇਟ ਰਹਿ ਗਿਆ ਮੇਰਾ, ਉਹ ਨਾਲ ਆ ਗਿਆ। ਯਾਦਾਂ ਪਿਛਲੇ ਸਕੂਲ ਦੀਆਂ। ਉਸ ਤੋਂ ਬਾਅਦ ਵੀ ਸਾਡੀ ਸਥਿਤੀ ਤੋਂ ਬਹੁਤ ਡਿਪੈਂਡੈਂਟ ਹੋ, ਫਿਰ ਸਾਨੂੰ ਮਾਮਾ ਜੀ ਲੈ ਗਏ ਕੈਥਲ। ਉਹਨਾਂ ਨੇ ਮੈਨੂੰ ਫਿਰ 6ਵੀਂ ਜਮਾਤ ਪੂਰੀ ਕਰਾ ਦਿੱਤੀ ਜਾਟ ਹਾਈ ਸਕੂਲ 'ਤੇ। ਫਿਰ ਉਹਨਾਂ ਸ਼ਿਫਟ ਕਰਾ ਕੇ ਸਾਨੂੰ ਜਲੰਧਰ, ਉਦੋਂ ਗਾਂਧੀ ਵੰਤਾ ਆਸ਼ਰਮ ਹੁੰਦੇ ਸੀ ਫਾਰ ਡੈਸਟੀਟਿਊਟ ਲੇਡੀਜ਼ ਵਿਡੋਜ਼, ਉੱਥੇ ਉਹਨਾਂ ਨੇ ਸਾਨੂੰ ਦਾਖਲ ਕਰਾ ਦਿੱਤਾ। ਬਸ ਉੱਥੋਂ ਸਫ਼ਰ ਸ਼ੁਰੂ ਹੋਇਆ, ਪੜ੍ਹਾਈ ਦਾ ਚੱਲਦਾ ਰਿਹਾ। ਉਹਨਾਂ ਨੇ ਸਾਨੂੰ ਭੇਜ ਦਿੱਤਾ ਇੱਥੇ ਹੁਸ਼ਿਆਰਪੁਰ, ਇੱਥੇ ਰਾਮ ਕਲੋਨੀ ਕੈਂਪ ਹੁੰਦਾ। ਇਹ ਮਤਲਬ ਰਾਮ ਕਲੋਨੀ ਕੈਂਪ ਇੱਕ ਅਜਿਹੀ ਜਗ੍ਹਾ ਸੀ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਪਾਕਿਸਤਾਨ ਤੋਂ ਉੱਜੜ ਗਏ ਲੋਕਾਂ ਨੂੰ ਸਾਂਭਦੀ ਸੀ, ਖਾਸ ਤੌਰ 'ਤੇ ਉਹਨਾਂ ਔਰਤਾਂ ਨੂੰ ਅਤੇ ਬੱਚਿਆਂ ਨੂੰ ਜਿਨ੍ਹਾਂ ਦੇ ਬਾਪ 47 ਵਿੱਚ ਦੰਗਿਆਂ ਦੀ ਭੇਟਾ ਚੜ੍ਹ ਗਏ। ਇਸੇ ਤਰ੍ਹਾਂ ਸੀਗਾ ਜੀ? ਬਿਲਕੁਲ ਇਸੇ ਤਰ੍ਹਾਂ ਸੀਗਾ। ਔਰ ਉਸ ਵੇਲੇ ਬੈਰਕਸ ਹੁੰਦੀਆਂ ਸੀ ਉੱਥੇ ਫੌਜੀਆਂ ਦੀਆਂ, ਜੀ। ਉਹਨਾਂ ਖਾਲੀ ਹੋ ਗਈਆਂ, ਅਤੇ ਉਹਨਾਂ ਨੇ ਉੱਥੇ ਬਹੁਤ ਗਿਣਤੀ ਵਿੱਚ ਐਸੀਆਂ ਔਰਤਾਂ ਸੀਗੀਆਂ, ਬੱਚੇ ਸੀਗੇ। ਉਹ ਕੁਛ ਬੱਚੇ ਜਿਨ੍ਹਾਂ ਦੇ ਮਾਂ ਬਾਪ ਦੋਨੇ ਨਹੀਂ ਸੀਗੇ, ਉਹ ਵੀ ਉੱਥੇ ਰਹੇ। ਔਰ ਉਦੋਂ ਦਮਯੰਤੀ ਸਹਿਗਲ ਹੁੰਦੇ ਸੀ, ਸੁਪਰਡੈਂਟ ਹੁੰਦੇ ਸੀ, ਬਹੁਤ ਨਾਈਸ ਲੇਡੀ। ਉਹਨਾਂ ਨੇ ਇਕੱਲੇ ਦਾ ਖਿਆਲ ਰੱਖਣਾ, ਜਿਹੜਾ ਪੜ੍ਹਾਈ ਵਾਲਾ ਬੱਚਾ ਉਹਨੂੰ ਪੜ੍ਹਾਈ ਦਾ ਖਿਆਲ ਰੱਖਣਾ, ਉਹ ਪੁੱਛਣਾ ਤੂੰ ਦੱਸ ਕੀ ਕੀਤਾ, ਤੇਰੇ ਪੇਪਰ 'ਚ ਨੰਬਰ ਕਿੰਨੇ ਆਏ ਆ, ਜੇ ਘੱਟ ਆਇਆ ਤਾਂ ਉਹਨੂੰ ਪੈਨਾਲਾਈਜ਼ ਵੀ ਕਰਨਾ, ਜੇ ਵਧੀਆ ਆਇਆ ਤਾਂ ਉਹਨੂੰ ਇਨਸੈਂਟਿਵ ਵੀ ਦੇਣਾ ਬਿਹਾਣਾ। ਔਰ ਉਹ ਸਾਡਾ ਜਿਹੜਾ ਪੀਰੀਅਡ ਸੀ ਨਾ ਜੀ, ਅਗਰ ਉਹ ਸਾਨੂੰ ਜਗ੍ਹਾ ਨਾ ਮਿਲਦੀ, ਮੈਂ ਮਹਿਸੂਸ ਕਰਦਾ ਮੈਂ ਸ਼ਾਇਦ ਅਸੀਂ ਪੜ੍ਹ ਹੀ ਨਾ ਸਕਦੇ। ਮਤਲਬ ਮਿਸ ਸਹਿਗਲ ਮੇਰੇ ਖਿਆਲ ਉਹਨਾਂ ਨੇ ਸ਼ਾਦੀ ਨਹੀਂ ਕਰਵਾਈ ਸੀ, ਔਰ ਇਹ ਸੇਵਾ 'ਚ ਲੱਗੇ ਹੋ ਸੀ। ਬਿਲਕੁਲ ਸੇਵਾ। ਮਤਲਬ ਉਸ ਔਰਤ ਨੂੰ ਅਸੀਂ ਸਲਾਮ ਕਰਦੇ ਹਾਂ ਜੀ, ਕਿ ਜਿਹਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਉੱਜੜ ਕੇ ਆਏ ਲੋਕਾਂ ਦੇ ਲੇਖੇ ਲਾਏ। ਰਮੇਸ਼ ਭੰਡਾਰੀ ਨਾਂ ਸੁਣਿਆ ਹੋਣਾ ਤੁਸੀਂ ਜੀ। ਉਹਨਾਂ ਦੇ ਭਾਣਜਾ ਸੀ, ਦਮਯੰਤੀ ਸਹਿਗਲ ਦਾ ਸਖਾ ਭਾਣਜਾ। ਹਾਂ, ਮਿਸਿਸ ਥਾਪਰ ਉਹਨਾਂ ਦੀ ਮਾਸੀ ਸੀਗੇ। ਉਹ ਬਹੁਤ ਹਾਈ ਫੈਮਿਲੀ ਦੇ ਬੰਦੇ ਸੀਗੇ, ਲੇਕਿਨ ਇਸੇ ਕੰਮ ਵਾਸਤੇ ਉਹਨਾਂ ਨੇ ਸਾਰੀ ਜ਼ਿੰਦਗੀ ਲਾਤੀ, ਉਹਨਾਂ ਨੇ ਮੈਰਿਜ ਨਹੀਂ ਕਰਾਈ। ਔਰ ਵਾਕਈ ਗੱਲ ਠੀਕ ਹੈ, ਉਹਨੂੰ ਸਲਾਮ ਕਰਨਾ ਬਣਦਾ ਹੈ। 7ਵੀਂ ਜਮਾਤ, 8ਵੀਂ ਜਮਾਤ, 9ਵੀਂ ਜਮਾਤ, 10ਵੀਂ ਜਮਾਤ
ਉਹਨਾਂ ਨੇ ਸਾਨੂੰ ਪੂਰਾ ਸਪੋਰਟ ਦਿੱਤਾ। ਔਰ ਫਿਰ ਇੱਥੇ ਨਹੀਂ, ਸਰਵਿਸ ਉਡਾਉਣ ਵਿੱਚ ਵੀ, ਟ੍ਰੇਨਿੰਗ ਕਰਾਉਣ ਵਿੱਚ ਵੀ। ਟ੍ਰੇਨਿੰਗ ਗੁਰਦਾਸਪੁਰ ਕਰਾਈ ਸਾਨੂੰ JBT ਦੀ 4 ਮਹੀਨਿਆਂ ਦੀ। ਮੇਰੀ ਪੋਸਟਿੰਗ ਹੋ ਗਈ ਅੰਬਾਲਾ ਜ਼ਿਲ੍ਹੇ 'ਚ, ਮੈਂ ਸਾਲ ਉੱਥੇ ਵੀ ਲਾ ਆਇਆ। ਫਿਰ ਇੱਧਰ ਆ ਗਿਆ, ਹੁਸ਼ਿਆਰਪੁਰ ਹੋ ਗਈ। ਉਹਨਾਂ ਤੱਕ ਨਹੀਂ ਛੱਡਿਆ ਜਿੰਨਾ ਚਿਰ ਅਸੀਂ ਆਪ ਨਹੀਂ ਛੱਡ ਕੇ ਆ ਗਏ ਕੈਂਪ ਨੂੰ। ਕਿੰਨੀ ਦੇਰ ਤੱਕ ਇਹ ਚੱਲਦਾ ਰਿਹਾ ਜੀ? ਕੋਈ ਸਨ, ਕੋਈ ਤਰੀਕ ਯਾਦ ਹੈ? ਦੇਖੋ, ਜਿੰਨਾ ਚਿਰ ਤਾਂ ਅਸੀਂ ਉੱਥੇ ਰਹੇ ਹਾਂ ਪੂਰਾ ਚੱਲਦਾ ਸੀਗਾ, ਲੇਕਿਨ ਕੁਛ ਚਿਰ ਦੇ ਬਾਅਦ ਇਸ ਨੂੰ ਫਿਰ ਕਨਵਰਟ ਕਰ ਦਿੱਤਾ ਗਿਆ ਸੋਸ਼ਲ ਵੈਲਫੇਅਰ 'ਚ। ਇਸ ਤਰ੍ਹਾਂ ਦੇ ਕਈ ਕੁਛ ਚੇਂਜਸ ਲਿਆ ਕੇ ਹੁਣ ਉੱਥੇ ਜਮਨਾਈਲ ਹੋਮ ਬਣਿਆ ਹੋਇਆ, ਇਹ ਚੀਜ਼ਾਂ। ਲੇਕਿਨ ਸਕੂਲ ਅਜੇ ਵੀ ਉੱਥੇ ਕਾਇਮ ਹੈ। ਇਹ ਜਵਾਨਾ ਸਾਹਿਬ, ਤੁਹਾਨੂੰ ਤਾਂ ਉਹ ਦਿਨ, ਉਹ ਰਾਤਾਂ ਯਾਦ ਹੋਣੀਆਂ ਜਦੋਂ ਵਿਧਵਾ ਔਰਤਾਂ, ਲਵਾਰਸ ਬੱਚੇ, ਯਤੀਮ ਬੱਚੇ ਉੱਜੜ ਕੇ ਆਏ, ਉਦਾਸ ਰੋਂਦੇ ਆ, ਬਿਲਕਦੇ ਆ, ਆਪਣਾ ਦੁੱਖ ਸੁਣਾਉਂਦੀਆਂ ਔਰਤਾਂ ਇੱਕ ਦੂਜੇ ਨੂੰ। ਉਹ ਦਿਨ ਤੁਹਾਨੂੰ ਯਾਦ ਹੈ ਜੀ? ਲੇਕਿਨ ਇਸ ਮੈਡਮ ਨੇ, ਦਮਯੰਤੀ ਸਹਿਗਲ ਨੇ, ਉਹਨਾਂ ਦੇ ਹੰਝੂ ਪੂੰਝੇ। ਬਿਲਕੁਲ ਉਹਨਾਂ ਦੀ ਮਹਿਸੂਸ ਨਹੀਂ ਹੋਣ ਦਿੱਤਾ ਵੀ ਤੁਸੀਂ ਘਰੋਂ ਬਾਹਰ ਰਹਿੰਦੀਆਂ ਆ। ਬਹੁਤ ਸੇਵਾ ਕੀਤੀ ਔਰ ਡਿਜ਼ਰਵ ਕਰਦੇ ਆ ਵੀ। ਹੁਣ ਤਾਂ ਡੈਥ ਹੋ ਚੁੱਕੀ ਉਹਨਾਂ ਦੀ, ਵੀ ਹਜੇ ਵੀ ਅਸੀਂ ਮਹਿਸੂਸ ਕਰਦੇ ਹਾਂ ਵੀ ਉਹ ਮਹਾਨ ਲੇਡੀ ਸੀਗੀ, ਬਹੁਤ ਮਹਾਨ ਲੇਡੀ। ਉਸਨੇ ਕੋਈ ਵਿਤਕਰਾ ਨਹੀਂ ਹੈ ਵੀ ਕੌਣ ਹੈ ਤੇ ਕੌਣ ਨਹੀਂ ਹੈ। ਪੂਰੀ ਤਰ੍ਹਾਂ ਤਨਦੇਹੀ ਨਾਲ ਸੇਵਾ ਕੀਤੀ ਉਹਨੇ। ਨੌਕਰੀ ਤਾਂ ਇੱਕ ਪਾਸੇ ਹੁੰਦੀ ਹੈ, ਤਾਂ ਕੋਈ ਨੌਕਰੀ ਏਡੀ ਵੱਡੀ ਚੀਜ਼ ਨਹੀਂ ਹੁੰਦੀ, ਲੇਕਿਨ ਉਹਨਾਂ ਨੇ ਮਾਨਸਿਕ ਤੌਰ 'ਤੇ ਆਪਣੇ ਦਿਲੋਂ ਸੇਵਾ ਕੀਤੀ ਉਹਨਾਂ ਨੇ, ਦਮਯੰਤੀ ਸਹਿਗਲ ਨੇ। ਔਰ ਇਹ ਸੀਟ ਹੈ ਕਿ ਤੁਸੀਂ ਦੇਖੋਗੇ ਕਿ ਉਸ ਰਾਮ ਕਲੋਨੀ ਕੈਂਪ 'ਚੋਂ ਬੱਚੇ ਪੜ੍ਹ ਕੇ ਬੜੀ ਹਾਈ ਪੋਸਟਾਂ 'ਤੇ ਲੱਗੇ ਹੋਗਾ। ਕੁਝ ਨਾਮ ਯਾਦ ਜੀ ਤੁਹਾਨੂੰ? ਮੇਰੇ ਨਾਲ ਦੇ ਮੇਰੇ ਕਲਾਸ ਫੈਲੋ ਹੁੰਦੇ ਸੀ ਰਾਮ ਲਾਲ ਬੋਹਰਾ, ਨਿੱਤ ਪ੍ਰਕਾਸ਼ ਸ਼ਰਮਾ, ਹਰਜਿੰਦਰ ਸਿੰਘ ਸੰਧੂ, ਹੁਣ ਮੋਹਾਲੀ ਸੈੱਟ ਹੈਗੇ, ਇੱਥੇ ਸੀਗੇ। ਕਾਫੀ ਸਾਰੇ ਬੱਚੇ ਸਾਡੇ ਨਾਲ ਦੇ ਨਾ ਬਹੁਤ ਅੱਛੀ ਜਗ੍ਹਾ ਪੋਸਟਾਂ 'ਤੇ ਲਏ ਆ। ਤੁਸੀਂ ਦੇਖੋ ਵੀ JBT ਸ਼ੁਰੂ ਕਰਕੇ, JBT ਹੋ ਹੀ ਨਹੀਂ ਸਕਦੀ ਸੀ ਜੇ ਉੱਥੇ ਦਮਯੰਤੀ ਸਹਿਗਲ ਸਪੋਰਟ ਨਾ ਕਰਦੀ ਤਾਂ। ਗੁਰਦਾਸਪੁਰ ਤੋਂ ਫ੍ਰੀ ਆਫ ਕਾਸਟ, ਕੋਈ ਫੀਸ ਨਹੀਂ, ਕੋਈ ਕੁਛ ਨਹੀਂ। ਕੱਪੜੇ ਵੀ ਸਭ ਵਰਦੀਆਂ ਉਹਨਾਂ ਦੀਆਂ। ਵਾਹ ਜੀ ਵਾਹ। ਇਹ ਜਵਾਨਾ ਸਾਹਿਬ, ਕਦੀ ਪਤਾ ਲੱਗਿਆ ਉਹ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਦੇ ਸੀਗੇ ਮੈਡਮ ਸਹਿਗਲ ਜਿਹੜੇ ਸੀਗੇ? ਨਹੀਂ, ਇਹ ਪਾਕਿਸਤਾਨ ਤੋਂ ਆਏ ਸੀ। ਇਹ ਵੀ ਪਾਕਿਸਤਾਨ ਤੋਂ ਆਏ ਹੋਏ ਆ। ਮਤਲਬ ਉੱਜੜ ਕੇ ਆਏ ਤੇ ਉੱਜੜਿਆਂ ਦਾ ਸਹਾਰਾ ਬਣ ਗਏ। ਰਮੇਸ਼ ਭੰਡਾਰੀ ਫੋਰਨ ਸੈਕਟਰੀ ਹੈ, ਉਹਨਾਂ ਦਾ ਭਾਂਜਾ ਮਿਸਿਸ ਥਾਪਰ ਇੱਥੇ ਰਹੇ ਆ, ਸੈਕਟਰੀਏਟ ਮਹਿੰਤਾ ਆਸ਼ਰਮ ਦੇ ਇੰਚਾਰਜ। ਹੁਣ ਇਹ ਮਾਸੀ ਸੀ ਉਹਨਾਂ ਦੇ, ਉਧਰੋਂ ਹੀ ਆਏ ਸੀਗੇ। ਔਰ ਇਹ ਸੇਵਾ ਵੀ ਉਹਨਾਂ ਨੇ ਉਹਨਾਂ ਦੀ ਕੀਤੀ ਲੋਕ। ਤੇ ਅੱਜ 71 ਸਾਲਾਂ ਬਾਅਦ ਕਿੰਨਾ ਕੁ ਪਿੰਡ ਯਾਦ ਹੈ ਜੀ ਆਪਣਾ, ਜਿੱਥੇ ਜਨਮ ਹੋਇਆ ਜਾਂ ਜਿੱਥੇ ਪੜ੍ਹੇ? ਪਿੰਡ ਹੁਣ ਜੀ ਯਾਦ ਵੀ ਹੋਵੇ ਤਾਂ ਮੇਰਾ ਨਹੀਂ ਖਿਆਲ ਬਈ ਉਹ ਸ਼ਕਲ ਰਹੀ ਹੋਵੇਗੀ, ਪਤਾ ਨਹੀਂ ਕੀ ਚੇਂਜਸ ਆਈਆਂ ਹੋਣਗੀਆਂ ਉਹਦੀਆਂ। ਲੇਕਿਨ ਇਹਨਾਂ ਮੈਨੂੰ ਜ਼ਰੂਰ ਪਤਾ ਹੈ ਕਿ ਮੈਂ ਪਿੰਡ ਦਾ ਰਸਤਾ ਦਿਮਾਗ ਵਿੱਚ ਹੈਗਾ ਵੀ ਇੱਥੋਂ ਇਹਦਾ ਮੁੜਨਾ ਹੈ, ਉਦੋਂ ਮੁੜਨਾ ਹੈ। ਲੇਕਿਨ ਹੁਣ ਉਹ ਮੋੜ ਹੈਗੇ ਕਿ ਨਹੀਂ ਹੈਗੇ, ਇੱਥੇ ਦੇਖ ਲਓ ਕਿ ਕਿੰਨਾ ਡਿਵੈਲਪਮੈਂਟ ਹੋ ਕੇ ਪਤਾ ਲੱਗਦਾ ਕਿ ਮੋੜ ਦਾ। ਹੁਣ ਉਹ ਪਤਾ ਨਹੀਂ ਪਿੰਡ ਵੀ ਹੈ ਕਿ ਸ਼ਹਿਰ ਬਣ ਗਿਆ। ਪਾਕਿਸਤਾਨ ਵੀ ਇਹਨਾਂ ਦਾ ਗੱਲ ਨਹੀਂ ਬਿਲਕੁਲ ਪਛੜਿਆ, ਉਹਨੇ ਤਰੱਕੀ ਕੀਤੀ ਹੈ। ਹੋ ਸਕਦਾ ਵੀ ਉਹ ਸ਼ਹਿਰ ਬਣ ਚੁੱਕਾ ਹੋਵੇ, ਜਿਵੇਂ ਤਹਿਸੀਲ ਚੱਕਵਾਲ ਜ਼ਿਲ੍ਹੇ ਬਣ ਗਿਆ, ਇਸ ਤਰ੍ਹਾਂ ਹੋ ਸਕਦਾ ਉਹ ਵੀ ਬਣ ਗਿਆ ਹੋਵੇ। ਲੇਕਿਨ ਇਹ ਹੈ ਵੀ ਮੇਰੇ ਦਿਮਾਗ 'ਚੋਂ ਪਿਕਚਰ ਨਹੀਂ ਗਈ ਪਿੰਡ ਦੀ। ਮੈਨੂੰ ਪਤਾ ਮੇਰੇ ਘਰ ਕਿਹੋ ਜਿਹਾ ਸੀਗਾ ਮੇਰਾ। ਅੱਛਾ, ਕਿਹਨੇ ਪਿੰਡਾਂ 'ਚ ਰਿਸ਼ਤੇਦਾਰੀਆਂ ਸੀ? ਸਾਡੇ ਤਾਂ ਮਸਲਾ ਕੋਈ ਨਹੀਂ ਸੀਗਾ। ਸਾਰੀਆਂ ਸਾਡੀਆਂ ਰਿਸ਼ਤੇਦਾਰੀਆਂ ਪਤਵਾਲੀ, ਬੁਢਿਆਲ, ਤਲਾ ਗੰਗ, ਫਤਿਹ ਜੰਗ, ਇੱਥੇ ਰਾਵਲਪਿੰਡੀ, ਦੈਨ ਕੈਂਬਲਪੁਰ, ਪਿੰਡੀ ਕੇ, ਸਾਰੀਆਂ ਰਿਸ਼ਤੇਦਾਰੀਆਂ ਸੀਗੀਆਂ। ਲੇਕਿਨ ਉਹ ਸਾਰੇ ਬੰਦੇ ਇੱਧਰ ਆ ਗਏ। ਹੁਣ ਉਹਨਾਂ ਦੇ ਬੱਚੇ ਅੱਗੇ ਤੱਕ ਕਿਤੇ ਪਹੁੰਚ ਗਏ। ਜਦੋਂ ਹੁਣ ਮੈਂ ਆ ਕੇ ਇੰਨਾ ਕੁ ਸੀਗਾ, ਇਸ ਤਰ੍ਹਾਂ ਰਿਸ਼ਤੇਦਾਰੀਆਂ ਸਾਰੇ, ਲੇਕਿਨ ਸਾਰੇ ਇੱਧਰ ਆ ਗਏ। ਉਹਦਾ ਕੋਈ ਨਹੀਂ। ਇਹ ਮਤਲਬ ਬਹੁਤੇ ਬੰਦੇ ਤਾਂ ਪੈਰਾਂ 'ਤੇ ਫਿਰ ਆ ਗਏ, ਕੁਝ ਰੁਲੇ ਦੇ ਰੁਲੇ ਵੀ ਰਹਿ ਗਏ। 47 ਦੇ ਪੁੱਟੇ ਮੁੜ ਕੇ ਪੈਰ ਨਹੀਂ ਲੱਗੇ। ਕੁਝ ਬੰਦੇ ਬਹੁਤ ਅੱਗੇ ਲੰਘ ਗਏ, ਜਿਨ੍ਹਾਂ ਨੇ ਸਿਫਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਬਹੁਤ ਅਮੀਰ ਬਣ ਗਏ। ਤੁਹਾਡੇ ਵੀ ਕੁਝ ਰਿਸ਼ਤੇਦਾਰ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਾਫੀ ਅੱਗੇ ਨਿਕਲ ਗਏ। ਅੰਬਾਲੇ ਸੈੱਟ ਹੈ, ਮੇਰੀ ਸਿਸਟਰ, ਕਜ਼ਨ ਸਿਸਟਰ ਹੈ, ਬਹੁਤ ਅੱਗੇ ਨਿਕਲ ਗਏ, ਬਹੁਤ ਜ਼ਿਆਦਾ। ਔਰ ਇਸ ਵੇਲੇ ਮਤਲਬ ਕਿ ਬੜਾ ਵੱਡੇ ਬਿਜ਼ਨਸਮੈਨ ਬਣੇ ਹੋ, ਫਸਟ ਕਲਾਸ। ਸਰਵਿਸਮੈਨ ਜਿਹੜੇ ਆ ਉਹ ਮਤਲਬ ਸਰਵਿਸ 'ਚ ਨੌਕਰੀ ਜਿੰਨੀ ਹੁੰਦੀ ਉਹਨੇ ਉਹ ਸਭ ਹੁਣ ਬਿਜ਼ਨਸ ਕਰੇਗਾ ਤਾਂ ਨੈਚੁਰਲ ਵਧੇਗਾ। ਉਹ ਬਿਜ਼ਨਸ 'ਤੇ ਪੈ ਗਏ, ਤਗੜੇ ਬਿਜ਼ਨਸਮੈਨ ਬਣ ਗਏ ਆ। ਦਿੱਲੀ ਹੈਗੇ ਸਾਡੇ ਰਿਸ਼ਤੇਦਾਰ, ਉਹ ਆਪਣਾ ਕੰਮ ਵੀ ਬਿਜ਼ਨਸਮੈਨ ਹੈ, ਆਪਣਾ ਕੰਮ ਵਧਾ ਲਿਆ।
ਤੇ ਬਾਕੀ ਜਿਹੜੇ ਸਾਡੇ 4 ਅੱਖਰ ਪੜ੍ਹ ਗਏ ਸੀ ਨੌਕਰੀ ਲੱਗ ਗਏ, ਨੌਕਰੀ ਤਨਖਾਹ ਜਿਹਨੇ ਮਿਲਦੀ ਰਹੀ, ਰੋਟੀ ਖਾਂਦੇ ਰਹੇ। ਤੁਹਾਡੇ ਮਦਰ ਕਦ ਤੱਕ ਜਿਉਂਦੇ ਰਹੇ ਜੀ? ਮੇਰੀ ਮਦਰ ਡੈਥ 59 'ਚ ਹੋਈ ਹੈ। ਜਦੋਂ ਤੁਹਾਡੀ ਉਮਰ 20 ਕੁ ਸਾਲ ਦੀ ਹੋਣੀ ਆ, 20-22 ਸਾਲ ਦੀ, 23 ਸਾਲ ਦੀ। ਫਿਰ ਤੁਸੀਂ ਇਕੱਲੇ ਰਹਿ ਗਏ ਇੱਕ ਤਰ੍ਹਾਂ ਨਾਲ। ਕਿੰਨਾ ਕੁ ਔਖਾ ਲੱਗਿਆ ਤੁਹਾਨੂੰ ਜ਼ਿੰਦਗੀ 'ਚ ਪੈਰਾਂ ਤੇ ਖੜਨਾ, ਘਰ ਬਣਾਉਣਾ? ਨਹੀਂ, ਜ਼ਿੰਦਗੀ ਤਾਂ ਪਹਿਲਾਂ ਹੀ ਔਖੀ ਸੀਗੀ, ਲੇਕਿਨ ਉਹ ਘਰ ਬਣਾਉਣ ਦਾ ਜਾਂ ਪੈਰੇ ਖੜੇ ਹੋਣ ਦਾ ਕੰਮ ਤਾਂ ਰਿਮੰਤੀ ਸਾਈਕਲ ਕਰ ਹੀ ਦਿੱਤਾ ਸੀਗਾ। ਉਦੋਂ ਮੈਂ ਜਦੋਂ ਡੈਥ ਹੋਈ ਮੈਂ ਨੌਕਰੀ ਕਰਦਾ ਸੀ, ਉਹ ਤਾਂ ਕੋਈ ਨਹੀਂ, ਲੇਕਿਨ ਘਰ ਦੇ ਕੰਮ ਉਹ ਪ੍ਰੋਬਲਮ ਆਉਂਦੀ ਸੀ। ਉਦੋਂ ਫਿਰ ਮੈਂ ਦੱਸਿਆ ਨਾ ਹਰਜਿੰਦਰ ਸਿੰਘ ਸੰਧੂ ਗੱਲ ਨਹੀਂ ਹੋਈ ਜੀ। ਕਲਾਸ ਪਹਿਲੋ ਮੈਂ ਕਿਹਾ ਮੋਹਾਲੀ ਹੈਗੇ ਆ, ਉਹਨਾਂ ਦਾ ਪਰਿਵਾਰ ਜਿਹੜਾ ਸੀ, ਉਹ ਸਿਸਟਰ ਸੀ, ਉਹਨਾਂ ਦੇ ਮਦਰ ਸੀ, ਬ੍ਰਦਰ ਸੀ, ਫਿਰ ਉਹਨਾਂ ਨੇ ਮੈਨੂੰ ਐਡਜਸਟ ਕਰ ਲਿਆ। ਰੋਟੀ ਪਾਣੀ ਦਾ ਪ੍ਰਬੰਧ ਮੈਨੂੰ ਪ੍ਰੋਬਲਮ ਨਹੀਂ ਆਈ। ਉਹ ਵੀ ਉਧਰੋਂ ਆਏ ਸੀ ਉੱਜੜ ਕੇ? ਉਦੋਂ ਆਏ ਸੀ ਸ਼ੇਖੂਪੁਰਾ। ਉਹਨਾਂ ਨੂੰ ਕਿੱਥੇ ਜ਼ਮੀਨ ਵਗੈਰਾ ਪਈ ਸੀ? ਉਹ ਸੁਨਾਮ ਨੂੰ, ਉਹਨਾਂ ਸੁਨਾਮ ਪਈ ਸੀ। ਤੁਹਾਡੀ ਮੁਲਾਕਾਤ ਕਿੱਥੇ ਹੋਈ ਸੀ? ਇਸੇ ਕੈਂਪ 'ਚ? ਇੱਥੇ ਕੈਂਪ 'ਚ। ਇਹ ਫਿਰ ਕਸ਼ੀ ਇਕੱਠੇ ਪੜ੍ਹਦੇ ਰਹੇ ਆ, 7ਵੀਂ 8ਵੀਂ 9ਵੀਂ 10ਵੀਂ। JBT ਵੀ ਅਸੀਂ ਉਹ ਗੁਰਦਾਸਪੁਰ ਇਕੱਠੇ ਕੀਤੀ। ਉਹ ਇੱਧਰ ਲਾ ਕੇ ਮੈਂ ਹਿਮਾਲय ਚਲਾ ਗਿਆ, ਮੁੜ ਕੇ ਵਾਪਸ ਆ ਗਿਆ। ਹੁਣ ਮੋਹਾਲੀ ਸੈੱਟ ਹੈਗੇ, ਬਿਲਕੁਲ ਸੈੱਟ ਆ। ਮੇਰੇ ਨਾਲ ਇੱਕ ਸਾਲ ਵੱਡੇ ਆ, ਲੇਕਿਨ ਹੈਗੇ। ਮਤਲਬ ਉਹਨਾਂ ਦਾ ਵੀ ਕਾਫੀ ਯੋਗਦਾਨ ਤੁਹਾਡੀ ਜ਼ਿੰਦਗੀ 'ਚ ਰਿਹਾ? ਦੇਖੋ, ਯੋਗਦਾਨ ਤਾਂ ਆਪੇ ਹੋਇਆ, ਨਹੀਂ ਤਾਂ ਮੈਂ ਰੁੱਝ ਜਾਣਾ ਸੀ। ਮੈਂ ਰੋਟੀਆਂ ਬਣਾਉਂਦਾ ਕਿ ਨੌਕਰੀ ਕਰਦਾ ਜਾਂ ਹੋਟਲ ਦੀਆਂ ਖਾਂਦਾ, ਲੇਕਿਨ ਉਹਨਾਂ ਨੇ ਪੂਰੀ ਸਪੋਰਟ ਦਿੱਤੀ ਮੈਨੂੰ। ਜ਼ਿੰਦਗੀ ਮੇਰੀ ਮਤਲਬ ਬਹੁਤ ਹੀ ਕੋਈ ਈਜ਼ੀ ਨਹੀਂ ਸੀ, बहुत ही सौखी नहीं लंघी, लेकिन ये है भाई यही प्रॉब्लम नहीं आया भी अभी और तभी बंदा खुदकुशी कर लवे, इधर स्थिति भी नहीं आई। ठीक। काफ़ी सारा मेरा स्टार्ट जो शुरू आ कैंप च रहा, वो ठीक रहा। खर्चा वर्चा रोटी राटी मिलती होंगी सी, मां पका लेनी उन्हें, राशन पानी फ्री होंदा सीगा सरकारी, वो कोई समस्या नहीं। ਜਵਨਾ ਸਾਹਿਬ, ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ, ਜਿਹੜੇ ਦੁੱਖ ਦੇਖਿਓ ਸੀ ਜਾਂ ਜਿਹੜੀ ਤਨਹਾਈ ਤੁਸੀਂ ਝੱਲੀ, ਇਹ ਵੀ ਕੋਈ ਕਾਰਨ ਬਣੀ ਹੋਗੀ? जिस चीज़ का थोड़े ते इंपैक्ट जू डूंगा पैंदा ना, उस चीज़ ने बाहर आना ही होंदा, वो किसी शक्ल विच भी आवे, चाहे वो वार्तक आवे, चाहे फ्रस्ट्रेशन भी आवे, लेकिन फ्रस्ट्रेशन च नहीं बाहर आई, इस तरह बाहर आई है, वो लिखत विच आ गई। ਤੁਹਾਡੀ ਕੋਈ ਤੁਹਾਡੀ ਰਚਨਾ ਜਿਹਦੇ ਵਿੱਚ ਤੁਹਾਡਾ ਪੁਰਾਣਾ ਪਿੰਡ ਹੋਵੇ ਜਿਹੜਾ ਵਿਛੜ ਗਿਆ ਤੁਹਾਡੇ ਤੋਂ, ਉਹਦੀ ਕੋਈ ਯਾਦ ਜਾਂ ਵਿਛੜੇ ਦੋਸਤਾਂ ਦੀ ਯਾਦ ਕਦੀ ਆਈ ਸ਼ਬਦਾਂ ਦੇ ਵਿੱਚ ਢਲੀ ਇਸ ਸਾਰੀ ਪੀੜ? शायद ਹੁਣ ਇਹ ਤਾਂ ਐਗਜ਼ੈਕਟਲੀ ਮੈਂ ਰੀਕਲੈਕਟ ਕਰਾਂ ਕਿਹੜੇ ਸ਼ੇਰ 'ਚ ਆਈ ਹੈ, ਲੇਕਿਨ ਪਿੰਡ ਦੀ ਯਾਦ ਤਾਂ ਨਹੀਂ ਭੁੱਲਦੀ ਹੁੰਦੀ, ਉਹ ਤਾਂ ਹਮੇਸ਼ਾ ਤਾਜ਼ਾ ਰਹਿੰਦੀ ਹੈ। ਤੁਹਾਨੂੰ ਕਈ ਵਾਰ ਤੁਸੀਂ ਇਕੱਲੇ ਬੈਠਦੇ ਆ ਤਾਂ ਤੁਹਾਨੂੰ ਪੁਰਾਣੀ ਯਾਦਾਂ ਫਿਰ ਹਾਂਟ ਕਰਦੀਆਂ। ਉਹ ਹਾਂਟ ਕਦੋਂ ਕਰਦੇ ਆ ਤਾਂ ਉਹ ਹਾਂਟ ਤੁਹਾਡਾ ਕਈ ਵਾਰੀ ਕਾਗਜ਼ 'ਤੇ ਪੈਨ ਸ਼ਕਲ 'ਚ ਆ ਜਾਂਦਾ। ਫਿਰ ਇਹ ਤੁਹਾਡੀ ਮੈਰਿਜ ਕਿੱਥੇ ਹੋਈ ਤੇ ਉਹ ਕਿਵੇਂ ਹੋਈ, ਇਹ ਵੀ ਥੋੜਾ ਜਿਹਾ ਦੱਸ ਦਿਓ। ਮੈਰਿਜ ਮੇਰੀ ਇੱਥੇ ਹੁਸ਼ਿਆਰਪੁਰ ਹੀ ਹੋਈ ਸੀ। ਉਹ ਵੀ ਉਧਰੋਂ ਆਏ ਸੀ ਬੰਦੇ? ਹਾਂ, ਇਹ ਜਲੰਧਰ ਸੀਗੇ। ਤੇ ਉਦੋਂ ਦੂਰ ਦੇ ਰਿਸ਼ਤੇਦਾਰ ਇੱਕ ਮੇਰੀ ਮਾਮੀ ਹੁੰਦੀ ਸੀ, ਉਹ ਮੇਰੇ ਕੋਲ ਆ ਗਏ, ਦਾਦੀ ਮੇਰੇ ਕੋਲ ਆ ਗਏ, ਲੇਕਿਨ ਉਹ ਮੈਰਿਜ ਵੀ ਕਾਹਦੀ ਸੀਗੀ, ਸਿਰਫ ਜਸਟ ਇੱਕ ਫਾਰਮੈਲਿਟੀ ਜੀ ਸੀਗੀ। ਖਰਚਾ ਖੁਰਚਾ ਕਿ ਨਹੀਂ ਕਰਨਾ ਸੀ, ਨਾ ਉਹਨਾਂ ਕੋਲ ਪੈਸਾ, ਨਾ ਸਾਡੇ ਕੋਲ ਪੈਸਾ, ਨਾ ਗੱਲ ਨਾ ਬਾਤ ਨਾ, ਲੇਕਿਨ ਇਹ ਹੈ ਵੀ ਉਹਨਾਂ ਨੇ ਉਹ ਜਨਾਨੀ ਦਾ ਰੋਲ ਅਦਾ ਕੀਤਾ, ਮਾਂ ਦਾ ਕੀਤਾ। ਮਾਮੀ ਸੀ ਮੇਰੀ। ਤੁਹਾਡੇ ਸਹੁਰੇ ਕਿੱਥੋਂ ਆਏ ਸੀਗੇ? ਜਲੰਧਰ। ਨਹੀਂ, ਪਿੱਛੋਂ ਕਿਹੜਾ ਪਿੰਡ ਸੀ ਇਹਨਾਂ ਦਾ? ਗੁਜਰਾਂਵਾਲਾ। ਖਾਸ ਗੁਜਰਾਂਵਾਲਾ। ਇਹ ਸ਼ੁਰੂ ਤੋਂ ਸਿੱਖ ਫੈਮਿਲੀ ਸੀਗੇ, ਖਾਸ ਗੁਜਰਾਂਵਾਲਾ। ਇਹ ਵਪਾਰੀ ਸੀਗੇ ਬੰਦੇ। ਹੁਸ਼ਿਆਰਪੁਰ ਪਹਿਲਾਂ ਤਾਂ ਬਹੁਤ ਛੋਟਾ ਜਿਹਾ ਸ਼ਹਿਰ ਹੋਣਾ ਜੀ ਤੁਸੀਂ ਆਏ? ਪਹਿਲਾਂ ਇਸ ਤਰ੍ਹਾਂ ਸੀਗਾ ਵੀ ਤੁਸੀਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਪੈਦਲ ਜਾਣਾ ਹੋਵੇ ਨਾ, ਹਾਰਡਲੀ 30-35 ਮਿੰਟ ਲੱਗਦੇ ਹੁੰਦੇ ਸੀ। ਪਾਕਿਸਤਾਨ ਤੋਂ ਪਹਿਲੇ ਕਮਾਲਪੁਰ ਪਿੰਡ ਸੀਗਾ, ਹੁਸ਼ਿਆਰਪੁਰ ਦਾ ਨਹੀਂ ਸੀਗਾ। ਬਹਾਦਰਪੁਰ ਵੀ ਪਿੰਡ ਸੀਗਾ। ਇਹ ਅਲੱਗ-ਅਲੱਗ ਪਿੰਡ ਸੀਗੇ। ਸ਼ਹਿਰ ਤੇ ਬਿਲਕੁਲ ਛੋਟੇ, ਲੇਕਿਨ ਇਹ ਹੈ ਵੀ ਸਾਡੇ ਹੁੰਦੇ ਆ ਕਮਾਲਪੁਰ ਬਹਾਦਰਪੁਰ ਇਹ ਵਿੱਚ ਮਿਲ ਚੁੱਕੇ ਸੀਗੇ, ਲੇਕਿਨ ਫਿਰ ਵੀ ਬਹੁਤ ਛੋਟਾ ਜਿਹਾ ਸ਼ਹਿਰ ਸੀ। ਹੁਣ ਤਾਂ ਇਹ ਪਤਾ ਨਹੀਂ ਲੱਗਦਾ ਵੀ ਹੁਸ਼ਿਆਰਪੁਰ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋ ਗਿਆ। ਜਿਸ ਮਹੱਲੇ ਤੁਸੀਂ ਰਹਿੰਦੇ ਇਹਦਾ ਕੀ ਨਾਂ ਜੀ? ਇਹਦਾ ਨਾਂ ਬੰਸੀ ਨਗਰ ਹੈ। ਬੰਸੀ ਨਗਰ। ਇੱਥੇ ਕੋਈ ਮੁਸਲਮਾਨਾਂ ਦਾ ਸੀ ਇਹ ਵੀ ਏਰੀਆ ਜਾਂ ਨਹੀਂ? ਇਹ ਇੱਥੇ ਪਿੰਡ ਹੈਗਾ ਸਤੈਰੀ। ਸਤਾਰੀ। ਠੀਕ ਆ, ਠੀਕ ਆ। ਸਤੈਰੀ ਵਾਲਿਆਂ ਦੀ ਸਾਰੀ ਜ਼ਮੀਨ ਸੀਗੀ, ਉਹਨਾਂ ਨੇ ਫਿਰ
ਪਲਾਟ ਬਣਾ ਕੇ ਅਸੀਂ ਪਲਾਟ ਲੈ ਕੇ ਫਿਰ ਕਮਰੇ ਪਾਉਣ ਲੱਗ ਪਏ ਹੌਲੀ ਹੌਲੀ। ਸਟੈਰੀ ਤੇ ਜ਼ਮੀਨ ਉਹਨਾਂ ਨੂੰ ਮਿਲੀ ਜਿਹੜੇ ਉਧਰੋਂ ਆਏ ਉਜੜ ਕੇ। ਹਾਂ ਉਹਨਾਂ ਦੇ ਅਲਾਟੀਆਂ ਦੀ ਹੈ, ਇਹ ਸਾਰਾ ਪਿੰਡ ਹੀ ਅਲਾਟੀਆਂ ਦਾ ਹੈ। ਕਿਉਂਕਿ ਰਾਜਪੂਤਾਂ ਤੇ ਜੱਟਾਂ ਦਾ ਪਿੰਡ ਸੀਗਾ ਸਟੈਰੀ, ਮੁਸਲਮਾਨ ਜੱਟਾਂ ਦਾ। ਸਾਰੇ ਅਲਾਟੀ ਬੈਠੇ ਹੋਏ ਸੀ। ਅੱਛਾ, ਤੁਸੀਂ ਇੱਕ ਵਾਰ ਗਏ ਨਾ ਜੀ ਪਾਕਿਸਤਾਨ, ਇੱਕ ਵਾਰ ਨਨਕਾਣਾ ਸਾਹਿਬ ਗਏ ਸੀ? ਸਾਰੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਜਿੰਨੇ ਗੁਰਦੁਆਰੇ ਆ। ਪੰਜਾ ਸਾਹਿਬ ਨੂੰ ਜਾਂਦਿਆਂ ਰਾਹ ਦੇ ਵਿੱਚ ਮੇਰੇ ਖਿਆਲ ਪਿੰਡ ਦੇ ਨੇੜੇ ਤੇੜੋਂ ਦੀ ਲੰਘੇ ਹੋਣਗੇ। ਸਾਡੇ ਪਿੰਡ ਪੰਜਾ ਸਾਹਿਬ ਤੋਂ ਕਾਫੀ ਦੂਰ ਸੀਗਾ, ਲੇਕਿਨ ਇਹ ਵੀ ਉਹ ਗੱਡੀ ਉਧਰੋਂ ਲੰਘਦੀ ਹੈ, ਬੰਦਾ ਸਲਾਮ ਜ਼ਰੂਰ ਕਰ ਲੈਂਦਾ ਉਧਰ ਮੂੰਹ ਕਰਕੇ। ਵਾਹ ਜੀ ਵਾਹ, ਦਿਲ ਤਾਂ ਬਹੁਤ ਕੀਤਾ ਹੋਣਾ ਜੀ। ਮੈਂ ਦੱਸਿਆ ਤੁਹਾਨੂੰ ਵੀ ਮੈਨੂੰ ਇੱਕ ਬੰਦੇ ਦੇ ਨਾਲ ਤਿਆਰ ਹੋ ਜਾਂਦਾ, ਸਿਕਿਉਰਿਟੀ ਵਾਲਾ ਕਹਿੰਦਾ ਵੀ ਲੈ ਜਾਓ, ਬੰਦਾ ਵੀ ਨਾਲ ਪੀ ਜਾਏ, ਪਰ ਇਕੱਲਾ ਨਹੀਂ ਜਾਣ ਦੇਣਾ ਸੀ। ਪਰ ਤੁਹਾਡੇ 2-3 ਪਿੰਡ ਰਹੇ ਆ ਜਿੱਥੇ ਤੁਸੀਂ ਪੜ੍ਹੇ ਆ, ਜਿੱਥੇ ਤੁਸੀਂ ਪੈਦਾ ਹੋਏ ਆ, ਪਰ ਤੁਹਾਡੇ ਖਿਆਲਾਂ 'ਚ ਕਿਹੜਾ ਪਿੰਡ ਹੈ ਤੁਹਾਡਾ? ਤੁਸੀਂ ਆਪਣਾ ਪਿੰਡ ਕਿਹਨੂੰ ਕਹੋਗੇ? ਮੇਰਾ ਲੰਬਾ ਪਿੰਡ ਜਿਹੜਾ ਸਟੇ ਹੈਗਾ ਉਹ ਪੁੰਡੀ ਕੇਕ ਦਾ ਹੈ। ਦੀਵਾਨਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ। ਚਲੋ, ਤੁਹਾਡੀਆਂ ਗੱਲਾਂ ਦੇ ਬਹਾਨੇ ਕਈ ਬੰਦੇ ਘੁੰਮ ਲੈਣਗੇ ਉਸ ਇਲਾਕੇ 'ਚ। ਤੁਹਾਡਾ ਬਹੁਤ ਬਹੁਤ ਧੰਨਵਾਦ, ਮੁੜ ਕੇ ਮੈਨੂੰ ਉਸ ਪਾਸੇ ਲੈ ਜਾਣ ਦਾ ਉਹ ਯਾਦ ਕਰਾਉਂਦਾ। ਥੈਂਕ ਯੂ, ਮਿਹਰਬਾਨੀ।